ਕੱਚੇ ਅਧਿਆਪਕ ਨੇ ਉਹ ਪੜ੍ਹਾ ਰਹੇ ਨੇ, ਉਹਨਾਂ 'ਚੋਂ ਬਹੁਤ ਸਾਰੇ ਤਾਂ ਐਲੀਜੀਬਲ ਵੀ ਨਹੀਂ ਹੈਗੇ ਉੱਥੇ ਪੜ੍ਹਾਉਣ ਵਾਸਤੇ। ਐਡਾ ਵੱਡਾ ਪੰਜਾਬ ਹੈ, 3 ਕਰੋੜ ਦੀ ਆਬਾਦੀ ਹੈ ਤੇ 47 ਕਾਲਜ ਹੈਗੇ ਨੇ, ਸਿਰਫ 47। ਸਾਨੂੰ ਇਹ ਆਸ਼ਵਾਸਨ ਦਿੱਤਾ ਕਿ ਹੁਣ ਜਿਹੜੀ ਤੁਹਾਡੀ ਆ ਨੌਕਰੀ ਹੈ ਇਹ ਤੁਹਾਡੀ ਪੱਕੀ ਨੌਕਰੀ ਹੈ, ਇਸ ਕਰਕੇ ਤੁਸੀਂ ਜਿਹੜੀ ਪੁਰਾਣੀ ਨੌਕਰੀ ਹੈ ਆਪਦੀ ਉਹ ਛੱਡ ਦਿਓ, ਤਾਂ ਹੀ ਤੁਹਾਨੂੰ ਇਸ ਨੌਕਰੀ ਦੇ ਵਿੱਚ ਅਸੀਂ ਜੁਆਇਨਿੰਗ ਦੇਵਾਂਗੇ। ਸਾਨੂੰ ਨਾ ਤਾਂ ਉਧਰੋਂ ਕੋਈ ਪੈਸੇ ਮਿਲ ਰਹੇ ਆ ਕਿਉਂਕਿ ਅਸੀਂ ਛੱਡ ਦਿੱਤੀ ਹੈ ਨੌਕਰੀ, ਨਾ ਸਾਨੂੰ ਇਧਰੋਂ ਕੋਈ ਤਨਖਾਹ ਆ ਰਹੀ ਹੈ, ਨਾ ਅਸੀਂ ਕਿਤੇ ਹੋਰ ਕੰਮ ਕਰ ਸਕਦੇ ਹਾਂ ਕਿਉਂਕਿ ਅਸੀਂ ਆਲਰੇਡੀ ਇੱਕ ਗਵਰਨਮੈਂਟ EMPLOYE ਹਾਂ। MSc ਮੈਥਮੈਟਿਕਸ ਹਾਂ ਜੀ, ਪੰਜਾਬ ਯੂਨੀਵਰਸਿਟੀ ਤੋਂ ਮੈਂ MSc ਕੀਤੀ ਵੀ ਹੈ। ਉਸ ਤੋਂ ਬਾਅਦ ਮੈਂ 4 ਵਾਰ JRF ਕੁਆਲੀਫਾਈ ਕੀਤਾ ਹੋਇਆ, ਗੇਟ ਮੈਂ ਕੁਆਲੀਫਾਈ ਕੀਤਾ ਹੋਇਆ, ਹੋਰ ਵੀ PhD ਲੈਵਲ ਦੇ ਜਿਹੜੇ ਐਗਜ਼ਾਮਸ ਨੇ ਉਹ ਮੈਂ ਕੁਆਲੀਫਾਈ ਕੀਤੇ ਹੋਏ ਹੈ। पच्चीस साल ਦਾ ਸਮਾਂ ਬੀਤ ਗਿਆ ਸੀ। ਕਿਸੇ ਵੀ ਸਰਕਾਰ ਨੇ ਸਰਕਾਰੀ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀ ਭਰਤੀ ਨਹੀਂ ਕੀਤੀ ਤੇ ਇਹਨਾਂ 25 ਸਾਲਾਂ ਦੇ ਵਿੱਚ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਦਾ ਤਾਂ ਰੱਬ ਹੀ ਰਾਖਾ ਸੀ। ਤੇ ਫਿਰ ਪਿਛਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੇਲੇ ਭਰਤੀ ਪ੍ਰਕਿਰਿਆ ਸ਼ੁਰੂ ਹੋਈ, ਟੈਸਟ ਵੀ ਹੋਏ, ਨਤੀਜੇ ਵੀ ਹੋਏ, ਪਰ ਹੁਣ ਇਹ ਪੂਰੀ ਭਰਤੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਫਸੀ ਹੋਈ ਹੈ। ਇਸ ਸਭ ਨੂੰ ਲੈ ਕੇ ਕੇਸ ਚੱਲ ਰਿਹਾ ਹੈ। ਪਰ ਦੂਸਰੇ ਪਾਸੇ ਜਿਨ੍ਹਾਂ ਪ੍ਰੋਫੈਸਰਾਂ ਨੂੰ ਇਸ ਸਮੇਂ ਜੁਆਇਨਿੰਗ ਲੈਟਰ ਮਿਲ ਗਏ ਸੀ ਉਹਨਾਂ ਨੇ ਆਪਣੀ ਪਿਛਲੀ ਨੌਕਰੀ ਛੱਡ ਦਿੱਤੀ ਹੈ ਤੇ ਨਵੀਂ ਨੌਕਰੀ ਉਹਨਾਂ ਨੂੰ ਮਿਲ ਨਹੀਂ ਰਹੀ ਤੇ ਨਾ ਹੀ ਉਹਨਾਂ ਦੇ ਕੋਲ ਹੁਣ ਤਨਖਾਹ ਹੋ ਰਹੀ ਆ ਤੇ ਉਹਨਾਂ ਦੇ ਆਪਣੇ ਘਰ ਦੇ ਖਰਚੇ ਚਲਾਉਣੇ ਵੀ ਉਹਨਾਂ ਦੇ ਲਈ ਮੁਸ਼ਕਲ ਹੋ ਗਏ ਨੇ। ਇਹਨਾਂ ਦੇ ਪੂਰੇ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਵਿਦਿਆਰਥੀ ਨੂੰ ਜਿਨ੍ਹਾਂ ਨੇ ਇਹ ਟੈਸਟ ਪਾਸ ਕੀਤਾ ਸੀ ਤੇ ਪੂਰਾ ਮਸਲਾ ਕਿਵੇਂ ਫਸਿਆ ਹੋਇਆ ਹੈ, ਸਰਕਾਰਾਂ ਨੇ 25 ਸਾਲਾਂ ਤੋਂ ਭਰਤੀ ਕਿਉਂ ਨਹੀਂ ਕੀਤੀ ਸੀ, ਹੁਣ ਇਹ ਪੂਰੀ ਪ੍ਰਕਿਰਿਆ ਕਿਸ ਤਰ੍ਹਾਂ ਸੰਪੂਰਨ ਹੋਵੇਗੀ ਤੇ ਸਰਕਾਰ ਦੀ ਕੀ ਕਾਰਗੁਜ਼ਾਰੀ ਹੈ ਤੇ ਇਹਨਾਂ ਦਾ ਹੁਣ ਘਰ ਦਾ ਪ੍ਰਬੰਧ ਕਿਵੇਂ ਚੱਲ ਰਿਹਾ ਹੈ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਪਹਿਲਾਂ ਤਾਂ ਤੁਹਾਡਾ ਜੀ RM ਟੈਲੀਵਿਜ਼ਨ ਤੇ ਸਵਾਗਤ ਹੈ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਹੈ ਅਨਿਕੇਤ ਸੇਤੀਆ, ਮੈਂ ਜੀ MSc ਮੈਥਮੈਟਿਕਸ ਹਾਂ ਜੀ, ਪੰਜਾਬ ਯੂਨੀਵਰਸਿਟੀ ਤੋਂ ਮੈਂ MSc ਕੀਤੀ ਵੀ ਹੈ। ਉਸ ਤੋਂ ਬਾਅਦ ਮੈਂ 4 ਵਾਰ JRF ਕੁਆਲੀਫਾਈ ਕੀਤਾ ਹੋਇਆ, ਗੇਟ ਮੈਂ ਕੁਆਲੀਫਾਈ ਕੀਤਾ ਹੋਇਆ, ਹੋਰ ਵੀ PhD ਲੈਵਲ ਦੇ ਜਿਹੜੇ ਐਗਜ਼ਾਮਸ ਨੇ ਉਹ ਮੈਂ ਕੁਆਲੀਫਾਈ ਕੀਤੇ ਹੋਏ ਹੈ। ਇਸ ਤੋਂ ਪਹਿਲਾਂ ਇਹ ਭਰਤੀ ਆਉਣ ਤੋਂ ਪਹਿਲਾਂ ਮੈਂ ਇੱਕ ਪ੍ਰਾਈਵੇਟ ਕੋਚਿੰਗ ਇੰਸਟੀਚਿਊਟ ਵਿੱਚ ਪੜ੍ਹਾ ਰਿਹਾ ਸੀਗਾ, ਚੰਗੀ ਮੈਂ ਉੱਥੇ ਨੌਕਰੀ ਕਰ ਰਿਹਾ ਸੀਗਾ। ਪਰ ਜਦੋਂ ਸਾਨੂੰ ਇਹ ਭਰਤੀ ਦਾ ਨੋਟਿਸ ਆਇਆ, ਅਸੀਂ ਸਾਰਾ ਕੁਝ ਛੱਡ ਕੇ ਮੈਂ ਸਾਰੀ ਆਪਣੀ ਜੋਬ ਨੂੰ ਇੱਕ ਪਾਸੇ ਰੱਖ ਕੇ ਦਿਨ ਰਾਤ ਮਿਹਨਤ ਕੀਤੀ ਤੇ ਇਸ ਭਰਤੀ ਵਾਸਤੇ ਐਗਜ਼ਾਮ ਦੀ ਤਿਆਰੀ ਕੀਤੀ। ਫਿਰ ਉਸ ਤੋਂ ਬਾਅਦ ਕੀ ਹੋਇਆ ਜੀ, ਐਗਜ਼ਾਮ ਮੈਂ ਦਿੱਤਾ, ਐਗਜ਼ਾਮ ਵਿੱਚ ਮੈਂ ਟੌਪ ਵੀ ਕੀਤਾ ਤੇ ਉਸ ਤੋਂ ਬਾਅਦ ਸਾਨੂੰ ਜਦੋਂ ਨਿਯੁਕਤੀ ਦੀ ਵਾਰੀ ਆਈ ਤਾਂ ਸਾਨੂੰ ਉੱਥੇ ਬੁਲਾਇਆ ਗਿਆ ਚੰਡੀਗੜ੍ਹ ਨਿਯੁਕਤੀ ਪੱਤਰ ਦੇਣ ਵਾਸਤੇ। ਸਾਨੂੰ ਨਿਯੁਕਤੀ ਪੱਤਰ ਦੇ ਨਾਲ ਉੱਥੇ ਹੀ ਉਹਨਾਂ ਨੇ ਵਿਭਾਗ ਦੇ ਵਿੱਚ ਜੁਆਇਨਿੰਗ ਕਰਵਾ ਲਈ ਸਾਡੇ ਤੋਂ ਤੇ ਸਾਨੂੰ ਇਹ ਆਸ਼ਵਾਸਨ ਦਿੱਤਾ ਕਿ ਹੁਣ ਜਿਹੜੀ ਤੁਹਾਡੀ ਆ ਨੌਕਰੀ ਹੈ ਇਹ ਤੁਹਾਡੀ ਪੱਕੀ ਨੌਕਰੀ ਹੈ, ਇਸ ਕਰਕੇ ਤੁਸੀਂ ਜਿਹੜੀ ਪੁਰਾਣੀ ਨੌਕਰੀ ਹੈ ਆਪਦੀ ਉਹ ਛੱਡ ਦਿਓ, ਤਾਂ ਹੀ ਤੁਹਾਨੂੰ ਇਸ ਨੌਕਰੀ ਦੇ ਵਿੱਚ ਅਸੀਂ ਜੁਆਇਨਿੰਗ ਦੇਵਾਂਗੇ। ਤੇ ਇਸ ਕਰਕੇ ਅਸੀਂ ਆਪਣੀ ਜਿਹੜੀ ਪੁਰਾਣੀ ਜੌਬ ਸੀਗੀ ਉਹ ਅਸੀਂ ਛੱਡ ਦਿੱਤੀ। ਤੇ ਹੋਇਆ ਕਿ ਵੀ ਉਸੇ ਹੀ ਦਿਨ ਜਿਸ ਦਿਨ ਸਾਨੂੰ ਜੁਆਇਨਿੰਗ ਲੈਟਰ ਮਿਲੇ ਉਸੇ ਦਿਨ ਸ਼ਾਮ ਨੂੰ ਸਟੇ ਲੱਗ ਗਈ। ਬਟ ਹੋਇਆ ਕਿ ਸਾਨੂੰ ਜਦੋਂ ਅਸੀਂ ਇਸ ਸਟੇ ਬਾਰੇ ਸੁਣਿਆ ਤਾਂ ਅਸੀਂ ਜਦੋਂ ਉਸ ਤੋਂ 1-2 ਦਿਨਾਂ ਬਾਅਦ ਪ੍ਰਗਟ ਸਿੰਘ ਜੀ ਦਾ ਟਵੀਟ ਆਇਆ ਕਿ ਇਹ ਜਿਹੜੀ ਭਰਤੀ ਹੈ ਇਹਦੇ ਵਿੱਚ ਬਹੁਤ ਛੋਟੀ ਤਰੁੱਟੀ ਹੈ, ਉਹ ਅਸੀਂ ਜਲਦੀ ਹੀ ਦੂਰ ਕਰ ਦੇਵਾਂਗੇ। ਤੇ ਉਸ ਤੋਂ ਅਗਲੀ ਤਰੀਕ ਜਿਹੜੀ ਸਾਨੂੰ ਮਿਲੀ ਸੀ 13 ਤਰੀਕ ਮਿਲੀ ਸੀ, 13 ਦਸੰਬਰ 3 ਦਸੰਬਰ ਨੂੰ ਸਾਡਾ ਜਿਹੜਾ ਹੈ ਸਟੇ ਲੱਗਿਆ ਸੀ ਤੇ ਸਾਨੂੰ ਅਗਲੀ ਤਰੀਕ ਮਿਲੀ ਸੀ 13 ਦਸੰਬਰ। ਤਾਂ ਸਾਨੂੰ ਇਹ ਕਿਹਾ ਗਿਆ ਵੀ 13 ਦਸੰਬਰ ਨੂੰ ਜਾਂਦੇ ਹੀ ਤੁਹਾਡਾ ਕੋਰਟ ਖੁੱਲ੍ਹਦੇ ਹੀ ਤੁਹਾਡਾ ਮਸਲਾ ਹੱਲ ਹੋ ਜਾਣਾ ਤੇ ਤੁਹਾਨੂੰ ਨਾਲ ਦੀ ਨਾਲ ਜਿਹੜੇ ਨੇ ਇਹ ਸਟੇ ਹਟ ਜਾਣੀ ਹੈ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਨੇ ਅਸੀਂ ਕਾਲਜ ਅਲੋਟ ਕਰ ਦਿਆਂਗੇ। ਪਰ ਉਦੋਂ ਇਹ ਦਾਅਵੇ ਵੀ ਕਰ ਰਹੇ ਸੀ ਚਰਨਜੀਤ ਚੰਨੀ ਕਿ ਅਸੀਂ ਵੇਖੋ ਪ੍ਰੋਫੈਸਰ ਭਰਤੀ ਕਰਤੇ, ਪਿਛਲੀਆਂ ਸਰਕਾਰਾਂ ਨੇ 25 ਸਾਲ ਬੀਤ ਗਏ ਹਜੇ ਤੱਕ ਕੋਈ ਵੀ ਭਰਤੀ ਨਹੀਂ ਕੀਤੀ ਸੀ, ਪਰ ਉਦੋਂ ਫਿਰ ਇਹ ਮਾਮਲਾ ਪੈਂਡਿੰਗ ਰਿਹਾ ਤੇ ਨਵੀਂ ਸਰਕਾਰ ਆਉਣ ਤੋਂ ਬਾਅਦ ਹੁਣ ਇਹ ਪੂਰਾ ਮਾਮਲਾ ਕਿੱਥੇ ਖੜਾ ਹੈ? ਹੁਣ ਦੇਖੋ ਜੀ, ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 13 ਤਰੀਕ ਤੋਂ ਸਾਡੀ ਪਹਿਲੀ ਹੀਅਰਿੰਗ ਸੀਗੀ ਜਿਹੜੀ 13 ਨੂੰ, ਉਸ ਤੋਂ ਬਾਅਦ ਲਗਾਤਾਰ ਤਰੀਕਾਂ ਪੈਂਦੀਆਂ ਰਹੀਆਂ। ਕੋਰਟ ਨੇ ਕਾਂਗਰਸ ਦੇ ਟਾਈਮ ਤੇ ਤਾਂ ਇੰਨਾ ਕੁ ਬੁਰਾ ਹਾਲ ਸੀਗਾ ਵੀ ਕੋਰਟ ਨੂੰ ਫਟਕਾਰ ਲਗਾਉਣੀ ਪਈ ਵੀ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰ ਰਹੇ, ਕਿਉਂ ਰਿਪਲਾਈ ਫਾਈਲ ਨਹੀਂ ਕਰ ਰਹੇ। ਉਹਨਾਂ ਨੇ ਜੁਰਮਾਨਾ ਤੱਕ ਰੱਖਿਆ ਸੀ ਵੀ ਜੇ ਰਿਪਲਾਈ ਤੁਸੀਂ ਨਾ ਫਾਈਲ ਕੀਤੇ ਤਾਂ ਤੁਹਾਨੂੰ 50-50 ਰੁਪਏ ਜੁਰਮਾਨਾ ਪਊਗਾ। ਉਦੋਂ ਬਾਅਦ ਇਹ ਤਰੀਕਾਂ ਪੈਂਦੀਆਂ ਰਹੀਆਂ, ਹਰ ਵਾਰ ਕੋਈ ਨਵਾਂ ਬਹਾਨਾ, ਠੀਕ ਹੈ ਜੀ। ਹੁਣ ਕੀ ਹੋਇਆ ਵੀ ਸਰਕਾਰ ਬਦਲ ਗਈ। ਅਸੀਂ ਜਦੋਂ ਸਰਕਾਰ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਹਰ MLA ਕੋਲ ਜਾ ਕੇ, ਹਰ ਮੰਤਰੀ ਜਿਹੜੇ ਉਸ ਟਾਈਮ ਮੰਤਰੀ ਬਣਨ ਦਾ ਦਾਅਵਾ ਕਰ ਰਹੇ ਸੀ ਉਹਨਾਂ ਕੋਲ ਜਾ ਕੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਾਡੀ ਭਰਤੀ ਵੱਲ ਤੁਸੀਂ ਜ਼ਰੂਰ ਧਿਆਨ ਦੇਣਾ।
ਹੁਣ ਕੀ ਹੈ ਜੀ, ਇਹ ਨਵੀਂ ਸਰਕਾਰ ਵੀ ਆ ਗਈ ਹੈ, ਪਰ ਹੁਣ ਇਹਨਾਂ ਦੇ ਆਉਣ ਤੋਂ ਬਾਅਦ ਵੀ 2-3 ਸੁਣਵਾਈਆਂ ਹੋ ਚੁੱਕੀਆਂ ਨੇ, ਪਰ ਹਲੇ ਤੱਕ ਕੋਈ ਗੱਲ ਸਿਰੇ ਚੜ੍ਹਦੀ ਨਹੀਂ ਦਿਖਦੀ। ਹੁਣ ਜਿਵੇਂ ਮੈਂ ਤੁਹਾਨੂੰ ਇੱਕ ਇਹਨਾਂ ਪੂਰੀਆਂ ਕਾਰਵਾਈਆਂ ਦੇ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਹੈ? ਇਹਨਾਂ ਕਾਰਵਾਈਆਂ ਦੇ ਵਿੱਚ ਦੇਖੋ ਜੀ, ਪਹਿਲਾਂ ਤਾਂ ਬਿਲਕੁਲ ਹੀ ਸਰਕਾਰ ਨੇ ਜਮਾਂ ਹੀ ਅਣਦੇਖਾ ਕਰਤਾ ਸੀਗਾ। ਉਹ ਕਾਂਗਰਸ ਦੇ ਟਾਈਮ ਤੇ ਤਾਂ ਉਹਨਾਂ ਨੇ ਬੋਰਡ ਲਾਤੇ ਸੀਗੇ ਵੀ ਅਸੀਂ ਤਾਂ ਭਰਤੀ ਪੂਰੀ ਕਰਤੀ ਜੀ, ਤੁਸੀਂ ਆਦਾ ਵੇਖ ਲਓ ਹੁਣ, ਠੀਕ ਹੈ। ਨੇ ਸਾਰੇ ਪੋਸਟਰ ਲਗਵਾਏ ਸੀ ਇਹ। ਹਾਂਜੀ, ਪੋਸਟਰ ਲਗਵਾਤੇ ਸੀ, ਹਾਲਾਂਕਿ ਉਦੋਂ ਕੁਝ ਵੀ ਨਹੀਂ ਹੋਇਆ ਸੀਗਾ। ਪਰ ਹੁਣ ਜਿਹੜੀ ਗੱਲ ਹੈ ਵੀ ਹੁਣ ਜਿਵੇਂ ਸਰਕਾਰ ਨੂੰ ਅਸੀਂ ਪ੍ਰੋਟੈਸਟ ਕਰ ਰਹੇ ਆ, ਸਾਡੇ ਬੰਦੇ ਵੀ, ਤੇ ਸਰਕਾਰ ਨੂੰ ਅਸੀਂ ਰਿਕੁਐਸਟ ਕਰ ਰਹੇ ਆ, ਸਾਨੂੰ ਵੀ ਸਰਕਾਰ ਤੋਂ ਉਮੀਦ ਹੈ ਵੀ ਸਰਕਾਰ ਹੁਣ ਜਲਦੀ ਹੀ ਇਸ ਭਰਤੀ ਦਾ ਹੱਲ ਕਰੂਗੀ, ਕਿਉਂਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਇਹ ਹੈ ਵੀ ਅਸੀਂ ਪੁਰਾਣੀਆਂ ਨੌਕਰੀਆਂ ਛੱਡ ਕੇ ਬੈਠੇ ਹਾਂ। ਸਾਨੂੰ ਨਾ ਤਾਂ ਉਧਰੋਂ ਕੋਈ ਪੈਸੇ ਮਿਲ ਰਹੇ ਆ ਕਿਉਂਕਿ ਅਸੀਂ ਛੱਡ ਦਿੱਤੀ ਹੈ ਨੌਕਰੀ, ਨਾ ਸਾਨੂੰ ਇਧਰੋਂ ਕੋਈ ਤਨਖਾਹ ਆ ਰਹੀ ਹੈ, ਨਾ ਅਸੀਂ ਕਿਤੇ ਹੋਰ ਕੰਮ ਕਰ ਸਕਦੇ ਹਾਂ, ਕਿਉਂਕਿ ਅਸੀਂ ਆਲਰੇਡੀ ਇੱਕ ਗਵਰਨਮੈਂਟ EMPLOYE ਹਾਂ। ਤਾਂ ਗਵਰਨਮੈਂਟ EMPLOYE ਹੋਣ ਦੇ ਨਾਤੇ ਅਸੀਂ ਕਿਸੇ ਹੋਰ ਪ੍ਰਾਈਵੇਟ ਇੰਸਟੀਚਿਊਟ ਵਿੱਚ ਜਾ ਕੇ ਕੰਮ ਨਹੀਂ ਕਰ ਸਕਦੇ ਤੇ ਨਾ ਹੀ ਉੱਥੋਂ ਅਸੀਂ ਤਨਖਾਹ ਲੈ ਸਕਦੇ ਹਾਂ। ਤਾਂ ਇਸ ਕਰਕੇ ਹੁਣ ਜਿਵੇਂ ਕੱਲ ਸਾਡੀ ਤਰੀਕ ਸੀਗੀ ਆਪਣੇ 16 ਮਈ ਨੂੰ ਸਾਡੀ ਜਿਹੜੀ ਸੁਣਵਾਈ ਸੀਗੀ, ਹੋਇਆ ਕਿ ਵੀ ਜੱਜ ਸਾਹਿਬ ਨੇ ਤਾਂ 2 ਘੰਟੇ ਦੇਤੇ ਸੀਗੇ ਵੀ ਆਹ 2 ਘੰਟੇ ਹੈਗੇ ਹੈ ਜੀ, ਆਪਾਂ ਹੁਣ ਆਰਗੂਮੈਂਟਸ ਸੁਣਾਂਗੇ। ਪਰ ਹੋਇਆ ਕਿ ਵੀ ਕੱਲ ਵਿਰੋਧੀ ਧਿਰ ਦੇ ਜਿਹੜੇ ਵਕੀਲ ਨੇ ਉਹ ਹੀ ਉੱਥੇ ਹਾਜ਼ਰ ਨਹੀਂ ਹੋਏ। ਹੁਣ ਇਹ ਸਾਨੂੰ ਨਹੀਂ ਪਤਾ ਵੀ ਇਹ ਜਾਣਬੁੱਝ ਕੇ ਉਹਨਾਂ ਨੇ ਕੀਤਾ ਕਿ ਵਾਕਈ ਉਹਨਾਂ ਦੇ ਕੋਈ ਪਰਸਨਲ ਰੀਜ਼ਨਸ ਸੀ, ਇਸ ਬਾਰੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ। ਪਰ ਮੈਂ ਸਰਕਾਰ ਨੂੰ ਇਹ ਚਾਹੁੰਦਾ ਵੀ ਜਿਵੇਂ ਹੁਣ ਕੱਲ ਚਲੋ ਮੰਨ ਲਓ ਵੀ ਕੱਲ ਆਰਗੂਮੈਂਟਸ ਨਹੀਂ ਹੋ ਪਾਏ, ਤਾਂ ਪਰ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੂੰ ਜੱਜ ਸਾਹਿਬ ਅੱਗੇ ਬੇਨਤੀ ਕਰਨੀ ਚਾਹੀਦੀ ਸੀ ਵੀ ਸਾਨੂੰ ਜਲਦੀ ਤਰੀਕ ਦੇਣ। ਹੁਣ ਉਹਨਾਂ ਨੇ ਜਿਹੜੀ ਤਰੀਕ ਹੈ 10 ਦਿਨਾਂ ਬਾਅਦ ਦੀ ਪਾਤੀ, 27 ਮਈ ਦੀ, ਠੀਕ ਹੈ ਜੀ। ਹੁਣ 10 ਦਿਨ ਤਾਂ ਵਿੱਚ ਚਲੇ ਗਏ, ਉਸ ਤੋਂ ਬਾਅਦ ਕੀ ਹੈ ਜੀ, ਜਿਹੜਾ ਜੂਨ ਹੈ, ਜੂਨ ਦੇ ਮਹੀਨੇ ਦੇ ਵਿੱਚ ਛੁੱਟੀਆਂ ਹੁੰਦੀਆਂ ਕੋਰਟ ਦੀਆਂ, ਠੀਕ ਹੈ ਜੀ। ਜੇ 27 ਮਈ ਨੂੰ ਸਾਡਾ ਹੱਲ ਨਹੀਂ ਹੁੰਦਾ ਤਾਂ ਇਹ ਗੱਲ ਜਾਊਗੀ ਜੁਲਾਈ ਤੇ। ਤੁਸੀਂ ਇਹ ਦੱਸੋ ਵੀ ਅਸੀਂ ਘਰੇ ਬਹਿ ਕੇ ਕਿਵੇਂ ਆਦਾ ਘਰ ਚਲਾਈਏ? ਰੋਟੀ ਦਾ ਪੇਟ ਨੇ ਤਾਂ ਰੋਜ਼ ਰੋਟੀ ਮੰਗਣੀ ਹੈ ਜੀ, ਰੋਜ਼ ਖਰਚੇ ਤਾਂ ਜਿਹੜੇ ਹੋਣੇ ਹੈ ਜੀ ਉਹ ਰੋਜ਼ ਹੋਣੇ ਹੈ। ਪਰ ਇਹ ਪੂਰਾ ਮਾਮਲਾ ਇਹ ਅਦਾਲਤ ਪਹੁੰਚਿਆ ਕਿ ਕੀ ਰੈਟ ਪਾਈ ਗਈ ਹੈ? ਪੂਰਾ ਮਾਮਲਾ ਕੀ ਸੀ? ਬਹੁਤ ਛੋਟੇ ਮਾਮਲੇ ਸੀਗੇ ਜੀ ਉਹਨਾਂ ਦਾ। ਜਿਵੇਂ ਪਹਿਲਾਂ ਤਾਂ ਮਾਮਲਾ 5 ਨੰਬਰਾਂ ਦਾ ਸੀਗਾ ਜੀ ਵੀ ਗੈਸਟ ਫੈਕਲਟੀ ਜਿਹੜੇ ਗਵਰਨਮੈਂਟ ਕਾਲਜਿਸ 'ਚ ਪੜ੍ਹਾ ਰਹੇ ਸੀ ਉਹਨਾਂ ਨੂੰ 5 ਨੰਬਰ ਮਿਲੇ ਸੀ, ਤਾਂ ਜਿਹੜੇ ਹੋਰ ਜਿਹੜੇ ਕਾਲਜਿਸ ਅਰਧ ਸਰਕਾਰੀ ਜਿਹੜੇ ਕਾਲਜਿਸ ਸੀ ਉਹਨਾਂ ਵਿੱਚ ਜਿਹੜੇ ਟੀਚਰ ਪੜ੍ਹਾ ਰਹੇ ਸੀ ਉਹਨਾਂ ਵਿੱਚੋਂ ਕਿਸੇ ਇੱਕ ਨੇ ਜਾ ਕੇ ਉੱਥੇ ਰਿਟ ਲਾਈ ਸੀ ਵੀ ਜਿਹੜਾ ਹੈ 5 ਨੰਬਰ ਸਾਨੂੰ ਵੀ ਦਿੱਤੇ ਜਾਣ। ਤੇ ਉਸ ਤੋਂ ਬਾਅਦ ਸਰਕਾਰ ਨੇ ਇਹ ਫੈਸਲਾ ਲਿਆ ਸੀ, ਇੱਕ ਕੋਰਟ ਵਿੱਚ ਦੇ ਵੀ ਦਿੱਤੀ ਸੀ ਉਹਨਾਂ ਨੇ ਅਰਜੀ ਵੀ ਅਸੀਂ ਜਿਹੜੇ 5 ਨੰਬਰ ਉਹਨਾਂ ਨੂੰ ਦਿੱਤੇ ਹੈ, ਜਿਹੜੇ ਗੈਸਟ ਫੈਕਲਟੀਜ਼ ਨੂੰ ਦਿੱਤੇ ਉਹ ਵੀ ਅਸੀਂ ਵਾਪਸ ਲੈ ਲਾਂਗੇ, ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀਗਾ ਵੀ ਜਿਹੜੇ ਸਾਰਿਆਂ ਨੂੰ 5 ਨੰਬਰ ਦੇਣਾ ਜਿਹੜਾ ਹੈ ਉਹ ਆਸਾਨ ਕੰਮ ਨਹੀਂ ਹੈ, ਉਹ ਪ੍ਰੈਕਟੀਕਲ ਨਹੀਂ ਹੈ। ਇਸ ਕਰਕੇ ਉਹਨਾਂ ਨੇ ਉਹ ਵੀ ਵਾਪਸ ਲੈ ਲਏ ਸੀ। ਫਿਰ ਥੋੜਾ ਜਿਹਾ ਮਸਲਾ ਜਿਹੜਾ ਹੈ ਵਿੱਚ ਉਲਝਿਆ ਹੋਇਆ ਸੀਗਾ ਉਹ UGC ਦੇ ਰੂਲਸ ਨੂੰ ਲੈ ਕੇ, ਕਿ UGC ਦੇ ਰੂਲਸ ਜਿਹੜੇ ਨੇ ਭਰਤੀ ਵੇਲੇ ਫੋਲੋ, ਹਾਲਾਂਕਿ ਹੈ ਇੱਕ ਬਹਾਨਾ ਹੀ ਇਹ, ਕਈ ਜਿਹੜੇ ਹੈਗੇ ਨੇ ਜਿਹੜੇ ਨਹੀਂ ਚਾਹੁੰਦੇ ਵੀ ਇਹ ਭਰਤੀ ਹੋਵੇ। ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਮੈਂ ਕਿਸੇ ਨੂੰ ਪਾਰਟਿਕੂਲਰ ਟਾਰਗੇਟ ਨਹੀਂ ਕਰਨਾ ਚਾਹੁੰਦਾ, ਬਸ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਵੀ ਕਈ ਇੱਕ ਪੂਰਾ ਧਿਰ ਹੈਗਾ ਜਿਹੜਾ ਲੱਗਿਆ ਹੋਇਆ ਇਸ ਭਰਤੀ ਨੂੰ ਰੋਕਣ ਵਾਸਤੇ। ਉਹ ਆਦਾ ਦਿਨ ਰਾਤ ਇਹੀ ਸੋਚਦੇ ਵੀ ਕਿਵੇਂ ਨਾ ਕਿਵੇਂ ਇਸ ਭਰਤੀ ਨੂੰ ਟਾਲਿਆ ਜਾਵੇ। ਉਹ ਕਿਹੜਾ ਤੇਰਾ ਜਿਹੜਾ ਕੀ ਕਹਿੰਦਾ ਕਿ ਪੰਜਾਬ ਦੇ ਵਿਦਿਆਰਥੀ ਪੜ੍ਹ ਨਾ ਲੈਣ, ਪੰਜਾਬ ਦੇ ਨਾ ਕਾਲਜਾਂ ਵਿੱਚ ਪ੍ਰੋਫੈਸਰ ਪੂਰੇ ਨਾ ਹੋ ਜਾਣ? ਬਹੁਤ ਜ਼ਿਆਦਾ ਜਿਵੇਂ ਹੁੰਦਾ ਨਾ ਕੋਈ ਬੰਦਾ ਮਤਲਬ ਹੀ ਹੋ ਜਾਂਦਾ ਤੇ ਬਸ ਹੋਰ ਸਮਾਜ ਨੂੰ ਭੁੱਲ ਜਾਂਦਾ, ਸਿਰਫ ਆਦੇ ਤੱਕ ਉਹਦਾ ਧਿਆਨ ਹੁੰਦਾ। ਉਹ ਉਸ ਤਰ੍ਹਾਂ ਦੇ ਲੋਕ ਨੇ, ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ, ਮੈਂ ਆਪਦੀ ਜ਼ਬਾਨ ਗੰਦੀ ਨਹੀਂ ਕਰਨਾ ਚਾਹੁੰਦਾ ਕਿਸੇ ਵੀ ਬਾਰੇ। ਬਸ ਮੈਂ ਇੰਨਾ ਕਹਿਣਾ ਚਾਹੁੰਦਾ ਵੀ ਮੈਨੂੰ ਤਾਂ ਸਰਕਾਰ ਤੋਂ ਉਮੀਦ ਹੈ ਵੀ ਸਰਕਾਰ ਇਹੋ ਜਿਹੇ ਲੋਕਾਂ ਨੂੰ ਸਬਕ ਸਿਖਾਊਗੀ ਤੇ ਸਾਡੇ ਵਰਗਿਆਂ ਨੂੰ ਜਿਹੜੇ ਇੰਨੀ ਮਿਹਨਤ ਕਰਕੇ ਟੈਸਟ ਪਾਸ ਕਰਕੇ ਬੈਠੇ ਹੈ ਤੇ ਆਦੀਆਂ ਪਿਛਲੀਆਂ ਨੌਕਰੀਆਂ ਛੱਡ ਕੇ ਬੈਠੇ ਉਹਨਾਂ ਨੂੰ ਜਿਹੜਾ ਹੈ ਨਿਆਂ ਦਊਗੀ। ਤੁਸੀਂ ਅਦਾਲਤ ਵਿੱਚ ਪੱਖ ਨਹੀਂ ਰੱਖਿਆ ਆਪਣਾ ਕਿ ਸਾਥੋਂ ਇਹ ਪੁਰਾਣੀ ਨੌਕਰੀ ਵੀ ਛਡਾ ਲਈ ਗਈ ਆ, ਨਵੀਂ ਨੌਕਰੀ ਮਿਲ ਨਹੀਂ ਰਹੀ, ਤਾਂ ਅਸੀਂ ਹੁਣ ਰੋਟੀ ਕਿੱਥੋਂ ਖਾਗੇ? ਬਿਲਕੁਲ ਜੀ, ਅਸੀਂ ਆਪਦੇ ਵਕੀਲ ਵੀ ਕੀਤੇ ਨੇ ਜੀ, ਅਸੀਂ 20-20 ਲੱਖ ਰੁਪਏ 'ਚ ਵਕੀਲ ਕੀਤੇ ਨੇ ਜੀ। ਅਸੀਂ ਸਾਰਿਆਂ ਨੇ, ਇੱਕ ਤਾਂ ਅਸੀਂ ਪਹਿਲਾਂ ਬੇਰੁਜ਼ਗਾਰਾਂ ਦੇਖੋ, ਦੂਜਾ ਅਸੀਂ ਪੈਸੇ ਇਕੱਠੇ ਕਰ ਕਰਕੇ ਸਾਡਾ ਜਿਹੜਾ ਫਰੰਟ ਬਣਿਆ ਹੋਇਆ ਉਹਨਾਂ ਨੇ ਜਾ ਕੇ ਆਪਦੇ ਪ੍ਰਾਈਵੇਟ ਵਕੀਲ ਕੀਤੇ ਵੀ ਮਾਮਲਾ ਥੋੜਾ ਜਿਹਾ ਸਪੀਡੀ ਹੋ ਜਾਏ, ਮਤਲਬ ਥੋੜਾ ਜਿਹਾ ਰਫਤਾਰ ਪਕੜੇ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਗੱਲ ਵੀ ਰੱਖੀ ਗਈ ਜੱਜ ਸਾਹਿਬ ਦੇ ਸਾਹਮਣੇ, ਬਟ ਜੱਜ ਸਾਹਿਬ ਕਹਿੰਦੇ ਵੀ ਮੈਂ ਪਹਿਲਾਂ ਇਸ ਭਰਤੀ ਦੇ ਜਾਇਜ਼ ਜਾਂ ਨਾਜਾਇਜ਼ ਹੋਣ ਬਾਰੇ ਜਿਹੜਾ ਹੈ ਆਰਗੂਮੈਂਟਸ ਕਰਨੇ ਨੇ। ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮੈਨੂੰ ਇਸ ਗੱਲ ਤੋਂ ਕੋਈ ਉਹ ਨਹੀਂ ਕਿ ਤੁਹਾਡੀ ਜੁਆਇਨਿੰਗ ਹੋਈ ਹੈ ਜਾਂ ਨਹੀਂ ਹੋਈ, ਉਹਨਾਂ ਨੇ ਪਹਿਲਾਂ ਇਹ ਦੇਖਣਾ ਕਿ ਭਰਤੀ ਜਾਇਜ਼ ਹੈ ਜਾਂ ਨਾਜਾਇਜ਼ ਹੈ। ਤੇ ਉਹ ਭਰਤੀ ਬਿਲਕੁਲ ਹੁਣ ਜਿਵੇਂ ਦੇਖਿਆ ਜਾ ਰਿਹਾ ਵੀ ਭਰਤੀ ਤਾਂ ਬਿਲਕੁਲ ਜਾਇਜ਼ ਹੈ, ਸਾਰੇ ਰਿਪਲਾਈ ਵੀ ਫਾਈਲਸ ਕਰ ਦਿੱਤੇ ਗਏ ਨੇ, ਬਸ ਇੱਕ ਆਰਗੂਮੈਂਟਸ ਦੀ ਦੇਰੀ ਹੈ। ਜਿਸ ਦਿਨ ਆਰਗੂਮੈਂਟਸ ਹੋ ਜਾਣਗੇ ਉਸ ਦਿਨ ਸਾਰਾ ਦੁੱਧ
ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਤੇ ਬਸ ਉਹ ਜਿਹੜੇ ਵਿਰੋਧੀ ਧਿਰ ਵਾਲੇ ਨੇ ਉਹ ਆਰਗੂਮੈਂਟਸ ਹੀ ਨਹੀਂ ਹੋਣ ਦੇ ਰਹੇ। ਤਾਂ ਹੁਣ ਇਹ ਸਰਕਾਰ ਦੇ ਹੱਥ ਵਿੱਚ ਹੈ ਵੀ ਜਾ ਕੇ ਜੱਜ ਸਾਹਿਬ ਦੇ ਅੱਗੇ ਬੇਨਤੀ ਕਰੇ ਵੀ ਸਾਨੂੰ ਛੇਤੀ ਤਰੀਕ ਦਿੱਤੀ ਜਾਵੇ ਤੇ ਛੇਤੀ ਜਿਹੜੀ ਇਹਦੀ ਸੁਣਵਾਈ ਕਰਕੇ ਤੇ ਸਾਨੂੰ ਜਿਹੜੇ ਨੇ ਕਾਲਜਿਸ ਅਲੋਟ ਕੀਤੇ ਜਾਣ ਤਾਂ ਕਿ ਅਸੀਂ ਵੀ ਕੰਮ ਕਰੀਏ ਤੇ ਸਾਨੂੰ ਵੀ 4 ਪੈਸੇ ਆਉਣ ਤੇ ਅਸੀਂ ਆਪਦਾ ਘਰ ਚਲਾ ਸਕੀਏ। ਤੇ ਜਿਹੜੇ ਇਸ ਤੋਂ ਇਲਾਵਾ ਤੁਸੀਂ ਦੇਖੋ, ਇਹ ਕੱਲਾ ਸਾਡਾ ਵੀ ਮਸਲਾ ਨਹੀਂਗਾ, ਕਿਤੇ ਇਹ ਸੋਚੋ ਵੀ ਕੱਲਾ ਸਾਡੇ ਰੋਜ਼ਗਾਰ ਦਾ ਮਸਲਾ ਹੈ। ਇਹ ਮਸਲਾ ਦੇਖੋ ਸਰਕਾਰੀ ਕਾਲਜਾਂ 'ਚ ਪ੍ਰੋਫੈਸਰ ਹੀ ਨਹੀਂ ਹੈ। ਤੁਸੀਂ ਪੰਜਾਬ ਤੇ ਪਹਿਲੀ ਗੱਲ ਤਾਂ ਐਡਾ ਵੱਡਾ ਪੰਜਾਬ ਹੈ, 3 ਕਰੋੜ ਦੀ ਆਬਾਦੀ ਹੈ ਤੇ 47 ਕਾਲਜ ਹੈਗੇ ਨੇ, ਸਿਰਫ 47। ਹਰਿਆਣੇ ਦੇ ਵਿੱਚ ਲਗਭਗ 3 ਕਰੋੜ ਦੀ ਆਬਾਦੀ ਹੈ ਲਗਭਗ, ਠੀਕ ਹੈ। ਤੇ ਉੱਥੇ ਜੀ 3 ਗੁਣਾ ਸਰਕਾਰੀ ਕਾਲਜ ਨੇ, 190 ਦੇ ਆਸ-ਪਾਸ ਉੱਥੇ ਸਰਕਾਰੀ ਕਾਲਜ ਨੇ, ਠੀਕ ਹੈ। ਤੇ ਇੱਥੇ ਪਹਿਲੀ ਗੱਲ ਤਾਂ ਸਰਕਾਰੀ ਕਾਲਜ ਹੀ ਨਹੀਂ ਹੈ। ਦੂਜੀ ਗੱਲ, ਜਿਹੜੇ ਸਰਕਾਰੀ ਕਾਲਜ ਹੈਗੇ ਨੇ ਉਹਨਾਂ ਵਿੱਚ ਪ੍ਰੋਫੈਸਰ ਨਹੀਂ ਹੈ ਪੜ੍ਹਾਉਣ ਵਾਸਤੇ। ਬੱਚੇ ਪ੍ਰੋਫੈਸਰ ਹੈ ਉਹ ਡੈਪੂਟੇਸ਼ਨ ਤੇ ਗਏ ਹੋਏ ਨੇ। ਹਾਂਜੀ, ਪ੍ਰੋਫੈਸਰ ਜਾਂ ਤਾਂ ਡੈਪੂਟੇਸ਼ਨ ਤੇ ਗਏ ਹੋਏ ਨੇ, ਜਿਹੜੇ ਹੈਗੇ ਨੇ ਉੱਥੇ ਗੈਸਟ ਫੈਕਲਟੀਜ਼ ਜਾਂ ਹੋਰ ਜਿਹੜੇ ਕੱਚੇ ਅਧਿਆਪਕ ਨੇ ਉਹ ਪੜ੍ਹਾ ਰਹੇ ਨੇ। ਉਹਨਾਂ ਵਿੱਚੋਂ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਦੇਖੋ ਹੁਣ ਸਾਡੇ ਤੇ ਆਪਦੇ ਤੇ ਬਣੀ ਹੈ ਤਾਂ ਸਾਨੂੰ ਹੁਣ ਗੱਲ ਕਹਿਣੀ ਪਊਗੀ, ਕਿਸੇ ਨੂੰ ਕੋੜੀ ਲੱਗੇ ਤਾਂ ਲੱਗ ਜੇ। ਉਹਨਾਂ 'ਚੋਂ ਬਹੁਤ ਸਾਰੇ ਤਾਂ ਐਲੀਜੀਬਲ ਵੀ ਨਹੀਂ ਹੈਗੇ ਉੱਥੇ ਪੜ੍ਹਾਉਣ ਵਾਸਤੇ, ਠੀਕ ਹੈ ਜੀ। ਤਾਂ ਉਹ ਕੀ ਹੋ ਰਿਹਾ, ਜਦੋਂ ਕੋਈ ਟੀਚਰ ਖੁਦ ਐਲੀਜੀਬਲ ਨਹੀਂਗਾ ਜੀ ਤਾਂ ਉਹ ਕਿਸੇ ਨੂੰ ਕਿਵੇਂ ਸਿਖਾ ਸਕਦਾ, ਠੀਕ ਹੈ ਨਹੀਂ। ਤੁਹਾਨੂੰ ਕਦੇ ਹੁਣ ਨਿਰਾਸ਼ਾ ਨਹੀਂ ਹੁੰਦੀ ਕਿ ਇੰਨਾ ਪੜ੍ਹ ਕੇ ਆਪਣੀ ਜ਼ਿੰਦਗੀ ਦੇ ਤਕਰੀਬਨ 25 ਤੋਂ 30 ਸਾਲ ਪੜ੍ਹਾਈ ਤੇ ਖਰਾਬ ਕਰਤੇ, ਪਰ ਅੱਜ ਨੌਕਰੀ ਮਿਲਣ ਤੋਂ ਬਾਅਦ ਵੀ ਨੌਕਰੀ ਦੇ ਉੱਤੇ ਜੁਆਇਨਿੰਗ ਕਰਨ ਲਈ ਧੱਕੇ ਖਾ ਰਹੇ ਆ? ਬਹੁਤ ਦੁੱਖ ਹੋ ਰਿਹਾ ਜੀ ਸਾਨੂੰ। ਇਹ ਦੁੱਖ ਤਾਂ ਸਾਨੂੰ, ਇੱਕ ਤਾਂ ਸਾਨੂੰ ਆਪਦੇ ਵਾਸਤੇ ਦੁੱਖ ਹੈ, ਇੱਕ ਸਾਨੂੰ ਪੰਜਾਬ ਲਈ ਵੀ ਦੁੱਖ ਹੈ, ਉਹਨਾਂ ਬੱਚਿਆਂ ਲਈ ਵੀ ਦੁੱਖ ਹੈ ਜਿਹੜੇ ਕਾਲਜਾਂ 'ਚ ਬਹਿ ਕੇ ਟੀਚਰ ਦਾ ਵੇਟ ਕਰ ਰਹੇ ਨੇ। ਆ ਥੋੜ੍ਹੇ ਟਾਈਮ ਪਹਿਲਾਂ ਹੀ 2-4 ਦਿਨ ਪਹਿਲਾਂ ਫਾਜ਼ਿਲਕਾ ਦੇ ਵਿੱਚ ਬੱਚਿਆਂ ਨੇ ਉੱਥੇ ਮਾਰਚ ਕੱਢਿਆ ਜੀ, ਰੋਸ ਮਾਰਚ ਕੱਢਿਆ, ਕਿਉਂਕਿ ਉੱਥੇ ਪੋਲੀਟੀਕਲ ਸਾਇੰਸ ਦਾ ਕੋਈ ਅਧਿਆਪਕ ਹੀ ਨਹੀਂ ਹੈ, ਉੱਥੇ ਕੋਈ ਪ੍ਰੋਫੈਸਰ ਹੀ ਨਹੀਂ ਹੈ ਪੋਲੀਟੀਕਲ ਸਾਇੰਸ ਦਾ। ਤਾਂ ਤੁਸੀਂ ਆਪ ਦੇਖੋ ਵੀ ਕਾਲਜਾਂ ਦੇ ਵਿੱਚ ਟੀਚਰ ਨਹੀਂ ਹੈ, ਬੱਚੇ ਜਿਹੜੇ ਨੇ ਵੇਟ ਕਰ ਰਹੇ ਨੇ। ਇੱਥੇ ਅਸੀਂ ਜਿਹੜੇ ਨੇ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ, ਇਹ ਦੋਵੇਂ ਪਾਸੇ, ਜਾਂ ਤਾਂ ਇੱਕ ਪਾਸੇ ਹੁੰਦਾ ਨਾ ਵੀ ਯਾਰ ਵੀ ਕਾਲਜ ਤਾਂ ਟੀਚਰ ਹੀ ਟੀਚਰ ਹੋਏ ਪਏ ਨੇ ਤੇ ਇਹਨਾਂ ਨੂੰ ਅਸੀਂ ਕਿੱਥੇ ਰੱਖੀਏ, ਉਹ ਵੀ ਗੱਲ ਨਹੀਂ ਹੈ। ਤਾਂ ਇਹ ਤਾਂ ਜਿਹੜਾ ਹੈ ਸਿਸਟਮ ਦੇ ਵਿੱਚ ਹੀ ਇਹਦਾ ਮਤਲਬ ਕੀ ਹੈ ਕਿ ਬਹੁਤ ਵੱਡੀ ਕਮੀ ਹੈ, ਛੋਟੀ ਕਮੀ ਨਹੀਂ ਆਪਾਂ ਕਹਿ ਸਕਦੇ, ਬਹੁਤ ਵੱਡੀ ਕਮੀ ਹੈ। ਇਹਦੇ ਨਾਲ ਪ੍ਰਾਈਵੇਟ ਜਿਹੜੇ ਕਾਲਜਿਸ ਨੇ ਉਹਨਾਂ ਨੂੰ ਬਹੁਤ ਵਧਾਵਾ ਮਿਲ ਰਿਹਾ, ਉੱਥੇ ਲੁੱਟ ਮਾਰ ਚੱਲ ਰਹੀ ਹੈ ਜੀ, ਕੋਈ ਐਜੂਕੇਸ਼ਨ ਨਹੀਂ ਉੱਥੇ ਮਿਲ ਰਹੀ। ਜੇ ਕਿਸੇ ਨੂੰ ਲੱਗਦਾ ਵੀ ਉੱਥੇ ਐਜੂਕੇਸ਼ਨ ਮਿਲ ਰਹੀ ਹੈ, ਉੱਥੇ ਕੁਝ ਨਹੀਂ ਹੋ ਰਿਹਾ, ਉੱਥੇ ਡਿਗਰੀਆਂ ਫੜਾ ਰਹੇ ਨੇ, ਪੈਸੇ ਲੈ ਰਹੇ ਨੇ, ਤੁਹਾਡੇ ਤੋਂ ਲੱਖ ਰੁਪਈਆ ਲੈ ਲੈਂਦੇ ਆ ਜੀ ਤੇ ਡਿਗਰੀ ਤੁਹਾਨੂੰ 3 ਸਾਲਾਂ ਬਾਅਦ ਡਿਗਰੀ ਫੜਾ ਦਿੰਦੇ ਆ। ਅੰਕੜਿਆਂ ਦੇ ਮੁਤਾਬਕ ਕਿ ਜੋ ਸਰਕਾਰੀ ਕਾਲਜ ਦਾ 47 ਨੇ, ਪਰ ਪ੍ਰਾਈਵੇਟ ਕਾਲਜ ਯੂਨੀਵਰਸਿਟੀਆਂ ਸ਼ਾਇਦ 300 ਦੇ ਪਾਰ ਹੋ ਜਾਂਦੀਆਂ ਨੇ। ਹਾਂਜੀ, ਤੇ ਇਹ ਨਾਲੇ ਜੀ ਉੱਥੇ ਕੋਈ ਬੱਚੇ ਦੀ ਰਿਸਪੈਕਟ ਨਹੀਂ ਗੀ, ਕੁਛ ਨਹੀਂ ਗੀ। ਬੱਚੇ ਨੂੰ ਉੱਥੇ ਇੱਕ ਗਾਹਕ ਸਮਝਿਆ ਜਾਂਦਾ ਹੈ ਵੀ ਜਿਹਦੇ ਤੋਂ ਅਸੀਂ ਪੈਸੇ ਲੈਣੇ ਆ ਤੇ ਇਹਨੂੰ ਬਦਲੇ 'ਚ ਆਪਾਂ ਡਿਗਰੀਆਂ, ਇੱਕ ਕਾਗਜ਼ ਜਿਹੜਾ ਵੰਡ ਦੇਣਾ। ਉਹ ਡਿਗਰੀ ਦੀ ਬਾਹਰ ਕੋਈ ਵੈਲਿਊ ਨਹੀਂ ਗੀ, ਉਹਦੇ ਸਿਰ ਤੇ ਕਿਸੇ ਨੂੰ ਨੌਕਰੀ ਨਹੀਂ ਮਿਲਦੀ। ਤੁਸੀਂ ਆਪ ਵੇਖੋ ਜੀ, ਅਸੀਂ ਇੰਨਾ ਪੜ੍ਹ ਕੇ, ਇੰਨੇ ਪੇਪਰ ਦੇ ਕੇ, ਇੰਨੀਆਂ ਮਿਹਨਤਾਂ ਕਰਕੇ ਅਸੀਂ ਸੜਕ ਤੇ ਬੈਠੇ ਹਾਂ ਤੇ ਉਹਨਾਂ ਬੱਚਿਆਂ ਦਾ ਕੀ ਹੋਊਗਾ ਜਿਨ੍ਹਾਂ ਨੂੰ ਫੋਕੀਆਂ ਡਿਗਰੀਆਂ ਦਿੱਤੀਆਂ ਜਾ ਰਹੀਆਂ ਨੇ। ਇਹ ਸੋਚਣ ਵਾਲੀ ਗੱਲ ਹੈ ਜੀ। ਜੇਕਰ ਆਮ ਘਰ ਦੇ ਬੱਚੇ ਨੇ, ਜਿਹੜੇ ਗਰੀਬ ਬੱਚੇ ਨੇ, ਉਹ ਤਾਂ ਪ੍ਰਾਈਵੇਟ ਸਕੂਲ 'ਚ ਪੜ੍ਹ ਨਹੀਂ ਸਕਦੇ, ਜੇਕਰ ਸਰਕਾਰੀ ਸਕੂਲ ਜਾਂਦੇ ਨੇ ਤਾਂ ਉੱਥੇ ਅਧਿਆਪਕ ਨਹੀਂ ਪੂਰੇ। ਬਿਲਕੁਲ ਜੀ, ਬਿਲਕੁਲ। ਸਰਕਾਰੀ ਸਕੂਲਾਂ ਵਿੱਚ ਅਧਿਆਪਕ ਨਹੀਂ ਪੂਰੇ, ਬੱਚੇ ਜਾਂਦੇ ਨੇ ਜੀ ਕਿਉਂਕਿ ਉਹਨਾਂ ਨੇ ਤਾਂ ਵਿਚਾਰਿਆਂ ਨੇ ਜਾਣਾ ਹੀ ਹੈ ਜੀ, ਕਿਤੇ ਨਾ ਕਿਤੇ ਉਹਨਾਂ ਨੇ ਤਾਂ ਘਰੋਂ ਸਿੱਖਿਆ ਲੈਣ ਵਾਸਤੇ ਉੱਥੇ ਤਰਲੇ ਖੱਟਣੇ ਹੀ ਹੈ ਜੀ। ਉੱਥੇ ਜਾਣ, ਉੱਥੇ ਬੱਚਿਆਂ ਦਾ ਕਿੰਨਾ ਦੇਖੋ ਯੂਥ ਦਾ ਟਾਈਮ ਵੇਸਟ ਹੋ ਰਿਹਾ। ਯੂਥ ਕਿਉਂ ਨਸ਼ਿਆਂ 'ਚ ਪੈ ਰਿਹਾ? ਇਸੇ ਕਰਕੇ ਨਸ਼ਿਆਂ 'ਚ ਪੈ ਰਿਹਾ ਜੀ, ਉਹਨੂੰ ਸੰਭਾਲਣ ਵਾਲਾ ਹੀ ਕੋਈ ਨਹੀਂਗਾ। ਪ੍ਰਾਈਵੇਟ ਕਾਲਜਿਸ ਤੁਹਾਨੂੰ ਪਤਾ ਹੈ, ਜੇ ਤੁਸੀਂ ਸੋਚੋ ਵੀ ਪ੍ਰਾਈਵੇਟ ਕਾਲਜ ਵਾਲੇ ਸੰਭਾਲ ਲੈਣਗੇ ਕਿਸੇ ਨੂੰ, ਉਹ ਨਹੀਂ ਸੰਭਾਲ ਸਕਦੇ ਜੀ। ਉਹਨਾਂ ਨੇ ਤਾਂ ਆਦੀਆਂ ਜੇਬਾਂ ਭਰਨੀਆਂ, ਸਿੱਧੀ ਜੀ ਗੱਲ ਹੈ। ਅਸੀਂ ਇਸ ਸਿਸਟਮ ਦੇ ਵਿੱਚ ਆ, ਸਾਨੂੰ ਪਤਾ ਕੀ ਹੁੰਦਾ ਪ੍ਰਾਈਵੇਟ ਕਾਲਜਿਸ 'ਚ ਕੀ ਹੁੰਦਾ, ਸਾਨੂੰ ਸਾਰਾ ਪਤਾ, ਠੀਕ ਹੈ ਜੀ। ਅਸੀਂ ਤਾਂ ਚਾਹੁੰਦੇ ਹਾਂ ਵੀ ਅਸੀਂ ਸਰਕਾਰੀ ਕਾਲਜਾਂ 'ਚ ਜਾਈਏ ਤੇ ਉੱਥੇ ਇਹੋ ਜਿਹੀ ਸਿੱਖਿਆ ਦਈਏ ਵੀ ਬੱਚਿਆਂ ਨੂੰ ਲੋੜ ਹੀ ਨਾ ਪਵੇ ਪ੍ਰਾਈਵੇਟ ਕਾਲਜਿਸ ਦੇ ਵਿੱਚ ਜਾਣ ਦੀ। ਤਾਂ ਇਹ ਜੋ ਪੂਰੇ ਕਿੰਨੇ ਪ੍ਰੋਫੈਸਰਾਂ ਦੀ ਭਰਤੀ ਕੀਤੀ ਗਈ ਸਰਕਾਰ ਦੇ ਵੱਲੋਂ ਪੂਰੇ ਟੈਸਟ ਦੇ ਵਿੱਚ? ਇਹ 1158 ਜਿਹੜੀਆਂ ਪੋਸਟਾਂ ਦੀ ਆਈ ਸੀਗੀ ਐਡਵਰਟਾਈਜ਼ਮੈਂਟ। ਹਾਲਾਂਕਿ ਜਦੋਂ ਪੋਸਟਾਂ ਭਰੀਆਂ ਗਈਆਂ ਜਾਂ ਜਦੋਂ ਸਕਰੂਟਨੀ ਹੋਈ ਸੀ ਉਦੋਂ ਸਾਰਿਆਂ ਨੂੰ ਨਹੀਂ ਬੁਲਾਇਆ ਗਿਆ ਸੀ, ਲਗਭਗ 800-900 ਜਣਿਆਂ ਨੂੰ ਬੁਲਾਇਆ ਗਿਆ ਸੀ। ਪਰ ਚਲੋ ਮੰਨ ਲਓ 800-900 ਵੀ ਬੁਲਾਏ ਤਾਂ ਸਾਨੂੰ ਇਹ ਵੀ ਘੱਟੋ ਘੱਟ ਉਹ ਤਾਂ ਪੂਰੇ ਹੋ ਜਾਣ। 800-900 ਜਿਹੜੇ ਬੰਦਿਆਂ ਨੂੰ ਇਹਨਾਂ ਨੇ, ਜਿਨ੍ਹਾਂ ਦੀਆਂ ਲਿਸਟਾਂ ਕੱਢੀਆਂ ਹੈ, ਜਿਨ੍ਹਾਂ ਦਾ ਆਇਆ, ਉਹਨਾਂ ਨੂੰ ਤਾਂ ਘੱਟੋ ਘੱਟ ਜਿਹੜਾ ਹੈ ਜੁਆਇਨਿੰਗ ਲੈਟਰ ਮਿਲਣ ਤੇ ਉਹਨਾਂ ਨੂੰ ਪ੍ਰੋਪਰ ਸਟੇਸ਼ਨ ਮਿਲਣ, ਉਹ ਤਾਂ ਕਾਲਜਾਂ 'ਚ ਜਾ ਕੇ। ਇਹ ਇੱਕ ਸ਼ੁਰੂਆਤ ਹੈ ਜੀ, ਐਂ ਨਾ ਸੋਚ ਲੈਣਾ ਵੀ ਆਹ ਭਰਤੀ ਪੂਰੀ ਹੋ ਗਈ ਤਾਂ ਮਤਲਬ ਵੀ ਕਾਲਜ ਨਿਹਾਲ ਹੋ ਜਾਣਗੇ। ਇਹ ਇੱਕ ਸ਼ੁਰੂਆਤ ਹੈ। ਅਸੀਂ ਜਾਵਾਂਗੇ, ਉੱਥੇ ਪੜ੍ਹਾਵਾਂਗੇ, ਯੂਥ ਨੂੰ ਤਿਆਰ ਕਰਾਂਗੇ, ਫਿਰ ਉਸ ਤੋਂ ਬਾਅਦ ਹੋਰ ਉੱਥੇ ਕੋਰਸਿਸ ਸਟਾਰਟ ਕੀਤੇ ਜਾਣ, ਹੋਰ ਅਧਿਆਪਕਾਂ ਦੀ ਲੋੜ ਪਊਗੀ, ਤਾਂ ਹੀ ਜਿਹੜਾ ਯੂਥ ਹੈ ਸੁਧਰੂਗਾ ਜੀ। ਤਾਂ ਹੀ ਇਹ ਨਸ਼ਿਆਂ ਵਾਲੇ ਪਾਸੋਂ ਹਟ ਕੇ ਕੋਈ ਉੱਧਰ ਪੜ੍ਹਾਈ ਵਾਲੇ ਪਾਸੇ ਜਾਊਗਾ, ਇੱਥੇ ਟੈਲੈਂਟ ਬਣੂਗਾ। ਤੇ ਜਿਹੜੇ ਬਾਹਰ ਲੋਕ ਜਾ ਰਹੇ ਆ, ਜਿਵੇਂ ਭਗਵੰਤ ਮਾਨ ਸਾਹਿਬ ਕਹਿੰਦੇ ਵੀ ਉਹਨਾਂ ਦੀ ਕੋਸ਼ਿਸ਼ ਹੈ ਵੀ ਲੋਕ ਬਾਹਰ ਨਾ ਜਾਣ, ਤਾਂ ਉਹਦਾ ਸਭ ਤੋਂ ਪਹਿਲਾ ਰਸਤਾ ਆਹੀ ਹੈ ਵੀ ਇੱਥੇ ਕਾਲਜਾਂ ਦਾ ਸੁਧਾਰ ਕੀਤਾ ਜਾਵੇ।
ਕਾਲਜ ਹੋਣਗੇ, ਚੰਗੀ ਪੜ੍ਹਾਈ ਇੱਥੇ ਹੋਊਗੀ, ਚੰਗੀ ਪੜ੍ਹਾਈ ਹੋਊਗੀ ਤਾਂ ਚੰਗਾ ਰੋਜ਼ਗਾਰ ਮਿਲੂਗਾ ਤੇ ਤਾਂ ਹੀ ਕੁਝ ਹੋ ਸਕਦਾ ਜੀ ਉਹਨਾਂ ਦਾ। ਇਸ ਸਮੇਂ ਸਰਕਾਰੀ ਕਾਲਜਾਂ ਵਿੱਚ ਕੁੱਲ ਕਿੰਨੇ ਪ੍ਰੋਫੈਸਰਾਂ ਦੀ ਜ਼ਰੂਰਤ ਹੈ ਤੇ ਸਰਕਾਰ ਕਿੰਨੇ ਭਰਤੀ ਕਰਨ ਦੇ ਨਾਲ ਕੰਮ ਚੱਲਦਾ ਹੋ ਜਾਊਗਾ? ਦੇਖੋ ਜੀ, ਹਰੇਕ ਤੁਸੀਂ, ਮੈਂ ਟੋਟਲ ਦੀ ਤਾਂ ਗੱਲ ਨਹੀਂ ਕਰਦਾ, ਪਰ ਤੁਸੀਂ ਇਹ ਦੇਖੋ ਵੀ ਹਰ ਡਿਪਾਰਟਮੈਂਟ ਦੇ ਵਿੱਚ ਮੰਨ ਲਓ ਕਿਸੇ ਸਰਕਾਰੀ ਕਾਲਜ ਵਿੱਚ 2000 ਜੇ ਮੰਨ ਲਓ ਬੱਚੇ ਪੜ੍ਹਦੇ ਆ ਤਾਂ ਉੱਥੇ ਘੱਟੋ ਘੱਟ ਨਹੀਂ ਤਾਂ 8-10 ਪ੍ਰੋਫੈਸਰ ਤਾਂ ਚਾਹੀਦੇ ਹੀ ਨੇ ਜੀ। ਤਾਂ ਉਸ ਹਿਸਾਬ ਨਾਲ ਤੁਸੀਂ ਦੇਖ ਲਓ ਵੀ ਕਿੰਨੇ ਕਾਲਜ ਨੇ, ਕਿੰਨੇ ਬੱਚੇ ਨੇ। ਤੇ ਪਰ ਹੁਣ ਦੇਖ ਲਓ ਤੁਸੀਂ ਵੀ ਜੇ ਕੋਈ 2000 ਬੱਚੇ ਜੇ ਕਿਸੇ ਇੱਕ ਡਿਪਾਰਟਮੈਂਟ ਵਿੱਚ ਇੱਕ ਸਰਕਾਰੀ ਕਾਲਜ ਦੇ ਵਿੱਚ ਹੈਗੇ ਨੇ ਤਾਂ ਤੁਸੀਂ ਦੇਖੋ ਵੀ ਉੱਥੇ ਇੱਕ ਅਧਿਆਪਕ ਵੀ ਤੁਹਾਨੂੰ ਮੁਸ਼ਕਲ ਨਾਲ ਮਿਲੂਗਾ ਪੱਕਾ। ਗੈਸਟ ਫੈਕਲਟੀ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਆਪਦਾ ਹੀ ਨਹੀਂ ਪਤਾ ਜੀ ਸਾਨੂੰ ਕੀ ਸਾਡਾ ਕਦੋਂ ਤੱਕ ਅਸੀਂ ਹੈਗੇ ਆ, ਕਦੋਂ ਤੱਕ ਨਹੀਂ ਹੈਗੇ। ਬਹੁਤ ਉਹਨਾਂ 'ਚੋਂ ਐਲੀਜੀਬਲ ਨਹੀਂਗੇ, ਉਹ ਕੀ ਤਾਂ ਪੜ੍ਹਾਉਣਗੇ ਜੀ, ਕੀ ਉਹ ਕਰਨਗੇ ਇਸ ਸਮੇਂ ਤੋਂ ਸਰਕਾਰਾਂ ਹੁਣ ਪੱਖ ਇਹ ਦੇ ਰਹੀਆਂ ਨੇ ਕਿ ਪਹਿਲਾਂ ਬੱਚੇ ਕਾਲਜਾਂ ਵਿੱਚ ਪੜ੍ਹਨ ਆਉਂਦੇ ਸੀ, ਪਰ ਜਦੋਂ ਦਾ ਆਈਲੈਟਸ ਦਾ ਕਰੇਜ ਆਇਆ ਤਾਂ ਕਾਲਜਾਂ ਵਿੱਚ ਬੱਚੇ ਨਹੀਂ ਆ ਰਹੇ, ਤਾਂ ਅਸੀਂ ਪ੍ਰੋਫੈਸਰ ਭਰ ਕੇ ਕਰਨਾ ਕੀ ਆ? ਇਹ ਤਾਂ ਜੀ ਬਹੁਤ ਹੀ ਮਤਲਬ ਹਾਸੇ ਵਾਲੀ ਗੱਲ ਹੈ ਜੀ ਵੀ ਆਈਲੈਟਸ ਵਾਸਤੇ ਜਾ ਰਹੇ ਆ ਤਾਂ ਅਸੀਂ ਉਹ ਆਈਲੈਟਸ ਵਾਸਤੇ ਇਸੇ ਕਰਕੇ ਤਾਂ ਜਾ ਰਹੇ ਵੀ ਇੱਥੇ ਕੁਝ ਨਹੀਂ ਲੱਭ ਰਿਹਾ। ਜਿਹਨੂੰ ਆਦੇ ਘਰੇ ਰੋਟੀ ਮਿਲੂਗੀ ਉਹ ਬਾਹਰ ਕਿਉਂ ਜਾਊਗਾ ਜੀ? ਸਿੰਪਲ ਜੀ ਗੱਲ ਹੈ। ਇਹ ਤਾਂ ਹੈ ਜੀ। ਤੇ ਮੁੱਖ ਮੰਤਰੀ ਮਾਨ ਜਾ ਕੇ ਦਿੱਲੀ ਵੇਖ ਕੇ ਆਏ ਸਿੱਖਿਆ ਮਾਡਲ, ਕਿ ਉਹ ਸਿੱਖਿਆ ਮਾਡਲ ਲਾਗੂ ਕਰ ਪਾਉਣਗੇ ਇੱਥੇ ਪੰਜਾਬ ਦੇ ਵਿੱਚ ਵੀ? ਦੇਖੋ ਜੀ, ਦਿੱਲੀ ਦੀ ਗੱਲ ਦਿੱਲੀ ਵਿੱਚ ਰਹਿ ਗਈ। ਦਿੱਲੀ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਆਪਾਂ ਉਹਦੀ ਤਾਰੀਫ ਕਰਦੇ ਹਾਂ, ਪਰ ਹਰੇਕ ਖੇਤਰ ਦਾ ਇੱਕ ਆਪਦਾ ਹੁੰਦਾ ਜੀ। ਇੱਥੇ ਆਲਰੇਡੀ ਐ ਨਹੀਂ ਕਿ ਇੱਥੇ ਇਮਾਰਤਾਂ ਨਹੀਂ ਵਧੀਆ, ਇੱਥੇ ਬਹੁਤ ਵਧੀਆ ਇਮਾਰਤਾਂ ਬਣੀ ਹੋਈਆਂ, ਸਕੂਲਾਂ ਦੀ ਵੀ ਬਹੁਤ ਵਧੀਆ ਖੁੱਲੀ ਜ਼ਮੀਨ ਆ, ਕਾਲਜਾਂ ਦੀ ਵੀ ਖੁੱਲੀ ਜ਼ਮੀਨ ਆ। ਮੇਨ ਜਿਹੜੀ ਇੱਥੇ ਹੈ ਨਾ ਜੀ ਐਜੂਕੇਸ਼ਨ ਦੀ ਕੁਆਲਿਟੀ, ਜਿਹੜੀ ਕੁਆਲਿਟੀ ਹੈ ਉਹ ਕੁਆਲਿਟੀ ਕਿਹਨੇ ਦੇਣੀ ਹੈ ਜੀ? ਉਹ ਮੰਨ ਲਓ ਆਪਾਂ ਰੰਗ ਕਰਤਾ, ਕਾਲਜ ਨੂੰ ਰੰਗ ਕਰਤਾ, ਉਹਨੇ ਕੋਈ ਐਜੂਕੇਸ਼ਨ ਦੀ ਕੁਆਲਿਟੀ 'ਚ ਸੁਧਾਰ ਨਹੀਂ ਕਰਨਾ। ਕੁਆਲਿਟੀ ਨੂੰ ਸੁਧਾਰ ਕਰਨਾ ਉੱਥੋਂ ਦੇ ਜਿਹੜੇ ਪ੍ਰੋਫੈਸਰ ਹੈ, ਜਦੋਂ ਉੱਥੇ ਕਾਬਿਲ ਪ੍ਰੋਫੈਸਰ ਜਾਣਗੇ ਕਾਲਜਾਂ ਵਿੱਚ, ਸਕੂਲਾਂ ਵਿੱਚ ਕਾਬਿਲ ਅਧਿਆਪਕ ਜਾਣਗੇ, ਉਹਨਾਂ ਨੇ ਜਾ ਕੇ ਸੁਧਾਰ ਕਰਨਾ ਜੀ। ਤਾਂ ਉਹਦੇ ਵੱਲ ਧਿਆਨ ਦਿੱਤਾ ਜਾਵੇ। ਉਦੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ, ਜਦੋਂ ਸਾਨੂੰ ਭੇਜਣਗੇ ਕਾਲਜ ਵਿੱਚ, ਉਦੋਂ ਬਾਅਦ ਜਿਹੜਾ ਸਾਨੂੰ ਕੰਮ ਦਿੱਤਾ ਗਿਆ ਉਹ ਕੰਮ ਅਸੀਂ ਨਹੀਂ ਕਰਦੇ, ਉਹ ਸਾਡੀ ਜ਼ਿੰਮੇਵਾਰੀ ਹੈ ਜੀ। ਹਾਂ, ਇਸ ਪੂਰੀ ਭਰਤੀ ਨੂੰ ਲੈ ਕੇ ਤੁਸੀਂ ਕਦੇ ਕੋਈ ਧਰਨਾ ਕੀਤਾ ਜਾਂ ਨਵੀਂ ਸਰਕਾਰ ਦੇ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਮਿਲੇ ਹੋ? ਹਾਂਜੀ, ਅਸੀਂ ਬਹੁਤ, ਤੁਸੀਂ ਇੱਕ ਛੱਡੋ ਜੀ, ਅਸੀਂ ਤਾਂ ਬਹੁਤ ਸਾਰੇ ਲਗਭਗ ਸਾਰੇ ਐਮਐਲਏ ਦੀ ਕੋਲ ਹੀ ਅਸੀਂ ਅਪਰੋਚ ਕਰ ਚੁੱਕੇ ਹਾਂ ਜੀ। ਸਿੱਖਿਆ ਮੰਤਰੀ ਨਾਲ ਵੀ ਸਾਡੀ ਮੀਟਿੰਗ ਹੋਈ ਸੀ। ਸਿੱਖਿਆ ਮੰਤਰੀ ਨੇ ਵੀ, ਉਹਨਾਂ ਨੇ ਵੀ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਵੀ ਤੁਹਾਡਾ ਇਹ ਮਸਲਾ ਜਿਹੜਾ ਹੈ ਅਸੀਂ ਹੱਲ ਕਰਾਂਗੇ। ਤੇ ਅਸੀਂ ਫਾਜ਼ਿਲਕਾ ਵੀ ਹੁਣ ਥੋੜ੍ਹਾ ਟਾਈਮ ਪਹਿਲਾਂ ਫਾਜ਼ਿਲਕਾ ਵੀ ਅਸੀਂ ਇੱਕ ਸ਼ਾਂਤੀ ਮਾਰਚ ਕੀਤਾ ਸੀਗਾ। ਦੇਖੋ ਅਸੀਂ ਸਮਝਦੇ ਹਾਂ ਇਸ ਗੱਲ ਨੂੰ ਵੀ ਸਰਕਾਰ ਹਲੇ ਨਵੀਂ ਆਈ ਹੈ, ਸਰਕਾਰ ਨੂੰ ਹਲੇ ਥੋੜ੍ਹਾ ਟਾਈਮ ਹੋਇਆ, ਪਰ ਜਿਹੜਾ ਸਾਡਾ ਮਸਲਾ ਹੈ ਇਹ ਬਹੁਤ ਮਤਲਬ ਗੰਭੀਰ ਮਸਲਾ ਹੈ, ਕਿਉਂਕਿ ਅਸੀਂ ਪੁਰਾਣੀਆਂ ਨੌਕਰੀਆਂ ਛੱਡ ਕੇ ਬੈਠੇ ਹਾਂ। ਤਾਂ ਇਹ ਜਿਹੜਾ ਹੈ ਜਲਦੀ ਹੱਲ ਕਰਨ ਵਾਲਾ ਮਸਲਾ ਹੈ ਤੇ ਸਾਨੂੰ ਇਸ ਸਰਕਾਰ ਤੋਂ ਉਮੀਦ ਵੀ ਪੂਰੀ ਹੈ ਵੀ ਇਹ ਸਾਡਾ ਜਲਦੀ ਜਿਹੜਾ ਹੈ ਇਹਨੂੰ ਪਹਿਲ ਦੇ ਆਧਾਰ ਤੇ ਸਾਡੇ ਮਸਲੇ ਨੂੰ ਲਊਗੀ ਤੇ ਇਹਨੂੰ ਹੱਲ ਕਰੂਗੀ ਜੀ। ਗੱਲਬਾਤ ਕਰਨ ਦੇ ਲਈ ਅੰਕਿਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਥੈਂਕ ਯੂ ਜੀ। ਤਾਂ ਇਹ ਸਨ ਅੰਕਿਤ ਜਿਨ੍ਹਾਂ ਨੇ ਇਹ ਪੂਰਾ ਟੈਸਟ ਕਲੀਅਰ ਕੀਤਾ ਸੀ, ਆਪਣੀ ਪੁਰਾਣੀ ਨੌਕਰੀ ਤੋਂ ਅਸਤੀਫਾ ਦੇ ਕੇ ਘਰ ਬੈਠੇ ਨੇ ਤੇ ਨਵੀਂ ਨੌਕਰੀ ਜੋ ਸਰਕਾਰ ਨੂੰ ਦਿੱਤੀ ਕਿਸੇ ਵਿੱਚ ਹਜੇ ਇਹਨਾਂ ਦੀ ਜੁਆਇਨਿੰਗ ਨਹੀਂ ਹੋਈ ਤੇ ਇਹਨਾਂ ਦੇ ਕੋਲ ਘਰੇ ਹੁਣ ਰੋਟੀ ਖਾਣ ਨੂੰ ਰੁਪਏ ਨਹੀਂ। ਤੇ ਅਜਿਹੇ ਹੋਰ 1158 ਪ੍ਰੋਫੈਸਰ ਜਿਨ੍ਹਾਂ ਦੀ ਹਜੇ ਤੱਕ ਭਰਤੀ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਈ। ਪਿਛਲੀਆਂ ਸਰਕਾਰਾਂ ਨੇ ਤਾਂ 25 ਸਾਲਾਂ ਦੇ ਵਿੱਚ ਕੋਈ ਵੀ ਭਰਤੀ ਨਾ ਕਰਕੇ ਆਪਣੀ ਕਾਰਗੁਜ਼ਾਰੀ ਸਾਬਤ ਕੀਤੀ ਹੈ ਕਿ ਉਹਨਾਂ ਦਾ ਕੋਈ ਧਿਆਨ ਨਹੀਂ ਕਿ ਪੰਜਾਬ ਦੇ ਬੱਚੇ ਪੜ੍ਹਨ ਜਾਂ ਨਾ ਪੜ੍ਹਨ। ਨਵੀਂ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਤੇ ਇਹਨਾਂ ਦੇ ਪ੍ਰੋਫੈਸਰਾਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਭਰਤੀ ਕਰੇ ਛੇਤੀ ਤੋਂ ਛੇਤੀ ਤੇ ਇਹਨਾਂ ਪ੍ਰੋਫੈਸਰਾਂ ਦੇ ਵੱਲੋਂ ਕਾਲਜ ਜਾ ਕੇ ਬੱਚਿਆਂ ਨੂੰ ਪੜ੍ਹਾਇਆ ਜਾਵੇ ਤਾਂ ਜੋ ਪੰਜਾਬ ਦੀ ਜਵਾਨੀ ਹੁਣ ਵਿਦੇਸ਼ਾਂ ਨੂੰ ਜਾ ਰਹੀ ਹੈ ਉਧਰ ਠੱਲ ਪੈ ਜਾਵੇ। ਅਜਿਹੇ ਹੋਰ ਖਾਸ ਇੰਟਰਵਿਊ ਦੇਖਣ ਦੇ ਲਈ ਬਣੇ ਰਹੋ RMB ਟੈਲੀਵਿਜ਼ਨ ਦੇ ਨਾਲ। ਧੰਨਵਾਦ।